ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਸੋ ਸਟੂਡੈਂਟਸ ਇਸ ਤੋਂ ਪਹਿਲਾਂ ਅਸੀਂ ਕੀ ਆ ਐਨਟੀਟੀ ਦੀ ਪ੍ਰੈਪਰੇਸ਼ਨ ਕਰਵਾ ਚੁੱਕੇ ਹਾਂ। ਜਿਹੜੇ ਸਟੂਡੈਂਟ ਐਨਟੀਟੀ ਕਰਨਾ ਚਾਹੁੰਦੇ ਨੇ ਇਗਨੂ ਤੋਂ DECE, ਤਾਂ ਉਹ ਆਪਣੀਆਂ ਜਿਹੜੀਆਂ ਕਿਤਾਬਾਂ ਤੋਂ ਨਾ ਪੜ੍ਹ ਕੇ ਸਾਡੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਚ ਪੜ੍ਹ ਸਕਦੇ ਨੇ ਔਰ ਚੰਗੇ ਨੰਬਰ ਜਿਹੜੇ ਆ ਹਾਸਲ ਕਰ ਸਕਦੇ ਨੇ। ਔਰ ਸਟੂਡੈਂਟ ਇਸ ਤੋਂ ਨਾਲ ਹੀ ਆਪਾਂ ਹੋਰ ਗੱਲ ਕਰ ਲਈਏ ਤਾਂ ਮਾਸਟਰ ਕੈਡਰ SST ਦੇ ਟਾਈਮ ਤੇ ਅਸੀਂ ਮਾਡਰਨ ਇੰਡੀਆ ਹਿਸਟਰੀ ਜਿਹੜੀ ਕੰਪਲੀਟ ਕਰਵਾਈ ਸੀ, ਤਾਂ ਕੰਪਲੀਟ ਜਿਹੜੇ ਲੈਕਚਰ ਲੱਗ ਚੁੱਕੇ ਨੇ 25 ਵੀਡੀਓਜ਼ ਨੇ ਜਿਹੜੀਆਂ ਤੁਸੀਂ ਕੀ ਸਾਡੇ ਚੈਨਲ ਦੇ ਉੱਪਰ ਦੇਖ ਸਕਦੇ ਹੋ। ਮਾਡਰਨ ਇੰਡੀਆ ਹਿਸਟਰੀ ਦੇ ਨਾਮ ਦੀ ਇੱਕ ਜਿਹੜੀ ਆ ਪਲੇਲਿਸਟ ਤਿਆਰ ਕੀਤੀ ਗਈ ਆ, ਉੱਥੋਂ ਤੁਸੀਂ ਉਹ ਜਾਣ ਸਕਦੇ ਹੋ। ਔਰ ਹੁਣ ਆਪਾਂ ਕਰ ਰਹੇ ਹਾਂ ਮੈਡੀਵਲ ਇੰਡੀਆ। ਸਟੂਡੈਂਟਸ ਇਹ ਜਿਹੜਾ ਮੈਡੀਵਲ ਇੰਡੀਆ ਹੈ, ਇਸ ਤੋਂ ਬਾਅਦ ਅਸੀਂ ਵਰਲਡ ਹਿਸਟਰੀ ਵੱਲ ਨੂੰ ਜਾਵਾਂਗੇ, ਠੀਕ ਹੈ ਜੀ। ਤਾਂ ਸਾਡੇ ਚੈਨਲ ਨਾਲ ਜੁੜੇ ਰਹੋ ਔਰ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਠੀਕ ਹੈ ਜੀ। ਔਰ ਵਰਲਡ ਹਿਸਟਰੀ ਤੋਂ ਬਾਅਦ ਆਪਾਂ ਪੰਜਾਬ ਜੀਕੇ ਕੰਪਲੀਟ ਕਰ ਲੈਣੀ ਹੈ। ਪੰਜਾਬ ਜੀਕੇ ਤੋਂ ਬਾਅਦ ਜੇਕਰ ਆਪਣੇ ਕੋਲੇ ਪੇਪਰ ਦਾ ਟਾਈਮ ਮੌਕੇ ਤੇ ਆ ਗਿਆ ਤਾਂ ਆਪਾਂ ਸਪੀਡ ਦੇ ਵਿੱਚ ਐਂਸ਼ੀਅੰਟ ਇੰਡੀਆ ਵੀ ਕੰਪਲੀਟ ਕਰਾਂਗੇ, ਠੀਕ ਹੈ ਜੀ। ਮਤਲਬ ਕੰਪਲੀਟ ਹਿਸਟਰੀ ਜਿਹੜੀ ਆਪਾਂ ਕਰਾਂਗੇ। ਔਰ ਮਾਸਟਰ ਕੈਡਰ SST ਵਾਲੇ ਬੱਚੇ ਜਿਹੜੇ ਨਿਰਾਸ਼ ਨਾ ਹੋਣ, ਪੋਸਟਾਂ ਜਿਹੜੀਆਂ ਨੇ ਉਮੀਦ ਹੈ ਇਸ ਸਾਲ ਦੇ ਐਂਡ ਦੇ ਵਿੱਚ ਹੋਰ ਆਉਣਗੀਆਂ। ਔਰ ਸਟੂਡੈਂਟ ਜਿਹੜਾ ਵੱਧ ਤੋਂ ਵੱਧ ਆਪਣੇ ਸਿਲੇਬਸ ਦੇ ਟੱਚ ਵਿੱਚ ਰਹਿਣ, ਇਹਦੇ ਤੋਂ ਪਿੱਛੇ ਜਿਹੜਾ ਨਾ ਹਟਣ। ਜੇਕਰ ਅਜਿਹਾ ਕਰਦੇ ਨੇ ਤਾਂ ਹੋ ਸਕਦਾ ਜਿਹੜਾ ਤੁਹਾਨੂੰ ਫਿਰ ਉਹੀ ਪ੍ਰੋਬਲਮ ਆਵੇ ਜਿਹੜੀ ਪ੍ਰੋਬਲਮ ਇਸ ਵਾਰੀ ਤੁਹਾਨੂੰ ਆਈ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਸਿਲੇਬਸ ਦੀ ਟੱਚ ਵਿੱਚ ਰਹੋ। ਪ੍ਰਸ਼ਨ ਕੋਈ ਵੀ ਕਿੱਥੋਂ ਵੀ ਬਣ ਸਕਦੇ ਨੇ, ਠੀਕ ਹੈ ਜੀ। ਤੇ ਚਲੋ ਜੀ ਆਪਾਂ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਪਹਿਲੇ ਪ੍ਰਸ਼ਨ ਦੀ। ਮਰਾਠਾ ਸਾਮਰਾਜ ਦਾ ਸੰਸਥਾਪਕ ਕੌਣ ਸੀ? ਤਾਂ ਦੱਸੋ ਜੀ ਮਰਾਠਾ ਸਾਮਰਾਜ ਦਾ। ਇਸ ਤੋਂ ਪਹਿਲਾਂ ਅਸੀਂ ਮੁਗਲ ਸਾਮਰਾਜ ਦੇ ਬਾਰੇ ਜਾਣ ਚੁੱਕੇ ਹਾਂ ਤੇ ਅੱਜ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਮਰਾਠਾ ਸਾਮਰਾਜ ਦੀ। ਤਾਂ ਕੌਣ ਸੀ ਜੀ ਇਹਨਾਂ ਦਾ ਸੰਸਥਾਪਕ ਸੀ? ਜਿਹੜਾ ਔਰੰਗਜ਼ੇਬ ਸੀ, ਸ਼ਿਵਾਜੀ, ਜੈਕਬ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਸ਼ਿਵਾਜੀ ਮਰਾਠੇ ਸੀਗੇ ਜਿਹੜੇ ਮਰਾਠਾ ਸਾਮਰਾਜ ਦੇ ਸੰਸਥਾਪਕ ਸਨ, ਠੀਕ ਹੈ ਜੀ। ਔਰ ਲਾਸਟ ਜਿਹੜਾ ਔਰੰਗਜ਼ੇਬ ਸੀਗਾ, ਇਹ ਮੁਗਲਾਂ ਦਾ ਜਿਹੜਾ ਸੀਗਾ ਮੈਡੀਵਲ ਇੰਡੀਆ ਦੇ ਵਿੱਚ, ਮੱਧਕਾਲ ਭਾਰਤ ਦੇ ਵਿੱਚ ਇਹ ਲਾਸਟ ਮੰਨਿਆ ਜਾਂਦਾ। ਤੇ ਇਸ ਤੋਂ ਬਾਅਦ ਜਿਹੜਾ ਮਾਡਰਨ ਇੰਡੀਆ ਹਿਸਟਰੀ ਜਿਹੜੀ ਆ ਸਟਾਰਟ ਹੋ ਜਾਂਦੀ ਆ। ਪਲਾਸੀ ਦੀ ਲੜਾਈ, ਬਕਸਰ ਦੀ ਲੜਾਈ ਵੇਲੇ ਵੀ ਜਿਹੜੇ ਮੁਗਲ ਜਿਹੜੇ ਨੇ ਮੌਜੂਦ ਸਨ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ 1857 ਈਸਵੀ ਦੇ ਵਿਦਰੋਹ ਵੇਲੇ ਵੀ ਜਿਹੜੇ ਮੁਗਲਾਂ ਦੇ ਸਮਰਾਟ ਜਿਹੜੇ ਸੀਗੇ, ਪਰ ਸ਼ਕਤੀਹੀਨ ਸਮਰਾਟ ਆਪਾਂ ਕਵਾਂਗੇ, ਉਹ ਵੀ ਮੌਜੂਦ ਸਨ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਸ਼ਿਵਾਜੀ ਮਰਾਠੇ ਦਾ ਜਨਮ ਕਦੋਂ ਹੋਇਆ? ਦੱਸੋ ਜੀ ਕਦੋਂ ਹੋਇਆ ਸੀ? 1626 ਈਸਵੀ ਚ, 1627 ਚ, 1628 ਈਸਵੀ ਚ ਜਾਂ 1629 ਈਸਵੀ ਚ? ਦੇਖੋ ਸਟੂਡੈਂਟਸ ਕੁਝ ਜਿਹੜੀਆਂ ਬੁੱਕਸ ਨੇ NCERT ਦੀਆਂ ਉਹ ਮੋਸਟਲੀ ਜਿਹੜੀਆਂ ਆ ਕਹਿੰਦੀਆਂ ਨੇ, ਠੀਕ ਹੈ ਜੀ 1627 ਈਸਵੀ ਚ, ਯਾਨੀ ਕਿ 6 ਅਪ੍ਰੈਲ 1627 ਈਸਵੀ ਚ। ਪਰ ਇੱਕ ਬੁੱਕ ਹੈ ਦੀ ਗਜ਼ਟਰ ਆਫ ਇੰਡੀਆ, ਠੀਕ ਹੈ ਜੀ। ਜਾਂ ਫਿਰ ਆਪਾਂ ਕਹਿ ਲਈਏ ਕੁਝ ਹੋਰ ਸਾਨੂੰ ਇਹੋ ਜਿਹੇ ਸਰੋਤ ਮਿਲੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਜਨਮ ਹੈ ਉਹ ਹੋਇਆ ਸੀਗਾ 19 ਫਰਵਰੀ 1630 ਈਸਵੀ ਦੇ ਵਿੱਚ। ਤਾਂ ਸਟੂਡੈਂਟਸ ਇਹ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ ਨੇ। ਪੇਪਰ ਦੇ ਵਿੱਚ ਆਪਾਂ ਨੂੰ ਕੋਈ ਵੀ ਆ ਸਕਦਾ ਜਦੋਂ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਤਾਂ ਆਪਣੇ ਕੋਲੇ ਪ੍ਰੂਫ ਦੋਵੇਂ ਹੀ ਆ, 1627 ਦਾ ਵੀ ਤੇ 1630 ਦਾ ਵੀ, ਠੀਕ ਹੈ ਜੀ। ਅੱਗੇ ਵਧਦੇ ਆ। ਅੱਗੇ ਸਟੂਡੈਂਟਸ ਇੱਕ ਗੱਲ ਹੋਰ ਕਰ ਦਈਏ, ਜਨਮ ਦੇ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਵੀ ਦੱਸ ਦਈਏ ਤੁਹਾਨੂੰ। ਤਾਂ ਜੋ ਇਹਨਾਂ ਦੇ ਪਿਤਾ ਜੀ ਸੀਗੇ ਉਹ ਕੌਣ ਸੀਗੇ? ਸ਼ਾਹ ਜੀ ਭੋਂਸਲੇ, ਠੀਕ ਹੈ ਜੀ। ਸ਼ਾਹ ਜੀ ਭੋਂਸਲੇ ਇਹ ਸੀਗੇ ਇਹਨਾਂ ਦੇ ਪਿਤਾ ਜੀ। ਔਰ ਮਾਤਾ ਦਾ ਨਾਮ ਕੀ ਸੀਗਾ? ਜੀਜਾ ਬਾਈ, ਜੀਜਾ ਬਾਈ। ਇਹ ਚੀਜ਼ ਵੀ ਤੁਸੀਂ ਯਾਦ ਰੱਖ ਲੈਣੀ ਹੈ। ਔਰ ਜਿਹੜਾ ਇਹਨਾਂ ਦਾ ਜਨਮ ਹੋਇਆ ਕਿੱਥੇ ਸੀ, ਇਹ ਕਿਲਾ ਕਿਹੜਾ ਸੀਗਾ? ਤਾਂ ਕਿਲਾ ਸੀਗਾ ਜੀ ਸ਼ਿਵਨੇਰ। ਸ਼ਿਵਨੇਰ ਕਿਲੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਜੋ ਕਿ ਜੁਨਾਰ ਦੇ ਨਜ਼ਦੀਕ, ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਯਾਦ ਰੱਖ ਲੈਣੀਆਂ। ਅੱਗੇ ਹੈ ਜੀ ਆਪਣੇ ਕੋਲੇ ਤੀਜਾ ਪ੍ਰਸ਼ਨ ਹੈ, ਸ਼ਿਵਾਜੀ ਦੇ ਗੁਰੂ ਦਾ ਨਾਮ ਦੱਸੋ। ਗੁਰੂ ਪੁੱਛਿਆ ਇੱਥੇ ਆਪਾਂ ਨੂੰ, ਤਾਂ ਉਹ ਕੌਣ ਸੀਗਾ? ਗੁਰੂ ਰਾਮਦਾਸ ਜੀ, ਕੌਂਡਦੇਵ, ਹਾਕਮ ਬੇਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਜਿਹੜਾ ਇਹਨਾਂ ਦਾ ਗੁਰੂ ਸੀ ਤਾਂ ਉਹ ਤਾਂ ਸੀਗਾ ਜੀ ਕੌਂਡਦੇਵ, ਠੀਕ ਹੈ।
ਪਰ ਇਹਨਾਂ ਦਾ ਜਿਹੜਾ ਕਰੈਕਟਰ ਸੀਗਾ ਉਹਦੇ ਉੱਪਰ ਜਿਹੜਾ ਅਸਰ ਆ ਗੁਰੂ ਰਾਮਦਾਸ ਜੀ ਦਾ ਸਭ ਤੋਂ ਜ਼ਿਆਦਾ ਸੀਗਾ। ਠੀਕ ਹੈ, ਇਹ ਵੀ ਯਾਦ ਰੱਖ ਲੈਣਾ, ਪੇਪਰ 'ਚ ਪ੍ਰਸ਼ਨ ਬਣ ਸਕਦਾ ਕਿ ਸ਼ਿਵਾਜੀ ਦੇ ਕਰੈਕਟਰ ਦੇ ਉੱਪਰ ਜਾਂ ਚਰਿੱਤਰ ਦੇ ਉੱਪਰ ਸਭ ਤੋਂ ਜ਼ਿਆਦਾ ਅਸਰ ਕਿਸ ਦਾ ਸੀਗਾ। ਤਾਂ ਇਸ ਤਰ੍ਹਾਂ ਹੀ ਆਪਸ਼ਨ ਆਪਣੇ ਕੋਲ ਆ ਸਕਦੀਆਂ, ਤਾਂ ਉੱਥੇ ਆਪਣੀ ਗੁਰੂ ਰਾਮਦਾਸ ਦੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ, ਸ਼ਿਵਾਜੀ ਦਾ ਵਿਆਹ ਕਿਸ ਨਾਲ ਹੋਇਆ? ਤੁੱਕਾ ਬਾਈ ਮੋਹਿਤੇ, ਸਾਈਂ ਬਾਈ ਨਿੰਬਾਲਕਰ ਜਾਂ ਤੁਕ ਰਾਣੀ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਸਾਈਂ ਬਾਈ ਨਿੰਬਾਲਕਰ ਸੀਗੇ ਜਿਹੜੇ, ਇਹਨਾਂ ਨਾਲ ਇਹਨਾਂ ਦਾ ਵਿਆਹ ਹੁੰਦਾ 1640 ਈਸਵੀ ਵਿੱਚ। ਠੀਕ ਹੈ ਜੀ। ਔਰ ਜੇਕਰ ਮੈਂ ਦੂਜੀ ਪਤਨੀ ਦੀ ਗੱਲ ਕਰ ਲਾਂ ਤਾਂ ਆ ਆਪਣੇ ਕੋਲੇ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਜੇਕਰ ਦੂਜਾ ਵਿਆਹ ਪੁੱਛ ਲੈਣ ਤਾਂ ਤੁੱਕਾ ਬਾਈ ਮੋਹਿਤੇ ਇਹਨਾਂ ਦੀ ਜਿਹੜੀ ਆ ਸੈਕਿੰਡ ਵਾਈਫ ਸੀ ਔਰ ਦੂਜੀ ਪਤਨੀ ਸੀ। ਠੀਕ ਹੈ ਜੀ, ਇਹ ਚੀਜ਼ਾਂ ਸਟੂਡੈਂਟਸ ਤੁਸੀਂ ਯਾਦ ਰੱਖਣੀਆਂ ਨੇ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 5ਵਾਂ ਪ੍ਰਸ਼ਨ ਹੈ। ਹਾਂਜੀ ਸਟੂਡੈਂਟ, ਬਹੁਤ ਹੀ ਵਧੀਆ ਸਟੂਡੈਂਟਸ ਕਮੈਂਟ ਕਰ ਰਹੇ ਨੇ। ਹਾਂਜੀ ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਸ਼ਿਵਾਜੀ ਪੂਨੇ ਦੀ ਜਾਗੀਰ ਕਿਸ ਨੇ ਪ੍ਰਦਾਨ ਕੀਤੀ? ਤਾਂ ਦੱਸੋ ਜੀ, ਸ਼ਿਵਾਜੀ ਨੂੰ ਜਿਹੜੀ ਪੂਨੇ ਦੀ ਜਾਗੀਰ ਸੀਗੀ ਤਾਂ ਉਹ ਕਿਹਨੇ ਦਿੱਤੀ ਸੀਗੀ? ਉਹਨਾਂ ਦੀ ਪਤਨੀ ਨੇ, ਪਿਤਾ ਨੇ, ਮਾਤਾ ਨੇ ਜਾਂ ਭਰਾ ਨੇ? ਤਾਂ ਦੇਖੋ ਜੀ ਇਹ ਜਿਹੜੀ ਸੀਗੀ ਇਹ ਦਿੱਤੀ ਸੀਗੀ ਉਹਨਾਂ ਦੇ ਪਿਤਾ ਜੀ ਜੋ ਕਿ ਸ਼ਾਹ ਜੀ ਸਨ, ਉਹਨਾਂ ਨੇ ਦਿੱਤੀ। ਤੇ ਉਹ ਪ੍ਰਦਾਨ ਕਰਕੇ ਜਾਗੀਰ ਆਪ ਕਿੱਥੇ ਚਲੇ ਗਏ ਸੀਗੇ? ਬੀਜਾਪੁਰ ਰਿਆਸਤ ਵਿੱਚ ਚਲੇ ਗਏ ਸਨ। ਠੀਕ ਹੈ ਜੀ, ਬੀਜਾਪੁਰ ਰਿਆਸਤ ਦੇ ਵਿੱਚ। ਇਸ ਤਰ੍ਹਾਂ ਯਾਦ ਰੱਖਣਾ ਹੈ, ਪੇਪਰ 'ਚ ਪ੍ਰਸ਼ਨ ਬਣ ਸਕਦਾ ਕਿ ਸ਼ਿਵਾਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਜਾਗੀਰ ਸੌਂਪੀ ਤੇ ਸੌਂਪਣ ਉਪਰੰਤ ਜਿਹੜਾ ਕਿੱਥੇ ਚਲੇ ਗਏ? ਤਾਂ ਉਹ ਬੀਜਾਪੁਰ ਰਿਆਸਤ 'ਚ ਚਲੇ ਗਏ ਸੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 6ਵਾਂ ਪ੍ਰਸ਼ਨ ਹੈ। ਸ਼ਿਵਾਜੀ ਨੇ ਸਭ ਤੋਂ ਪਹਿਲਾਂ ਕਿਹੜੀ ਪਹਾੜੀ ਉੱਪਰ ਕਬਜ਼ਾ ਕੀਤਾ? ਤਾਂ ਪਹਾੜੀਆਂ ਪੁੱਛੀਆਂ ਜੀ ਆਪਾਂ ਨੂੰ, ਦੱਸੋ ਕਿਹੜੀ ਪਹਾੜੀ ਦੇ ਉੱਪਰ ਕਬਜ਼ਾ ਕੀਤਾ ਸੀਗਾ? ਤਾਂ ਏ ਤੇ ਆਪਣੇ ਕੋਲੇ ਸ਼ਿਮਲਾ, ਬੀ ਤੇ ਹੈ ਨੀਲਗਿਰੀ ਔਰ ਸੀ ਤੇ ਆਪਣੇ ਕੋਲੇ ਤੌਰਨ ਤੇ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਆਪਣੀ ਸੈਨਾ ਦੇ ਨਾਲ ਇੱਕ ਅਭਿਆਨ ਸ਼ੁਰੂ ਕਰਦੇ ਨੇ ਜਿਹਦੇ ਵਿੱਚ ਕੀ ਕਰਦੇ ਨੇ, ਬੀਜਾਪੁਰ ਦੀ ਜਿਹੜੀ ਤੌਰਨ ਨਾਮਕ ਪਹਾੜੀ ਹੈ ਉਹਦੇ ਉੱਪਰ ਕਬਜ਼ਾ ਕਰ ਲੈਂਦੇ ਨੇ। ਔਰ ਜੇਕਰ ਮੈਂ ਗੱਲ ਕਰਾਂ ਕਿ ਕਦੋਂ ਕੀਤਾ ਸੀਗਾ ਤਾਂ 1644 ਈਸਵੀ ਦੇ ਵਿੱਚ ਇਹਨਾਂ ਨੇ ਕਬਜ਼ਾ ਕਰ ਲਿਆ ਸੀਗਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 7ਵਾਂ ਪ੍ਰਸ਼ਨ ਹੈ। ਸ਼ਿਵਾਜੀ ਨੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ? ਤਾਂ ਦੱਸੋ ਜੀ ਸ਼ਿਵਾਜੀ ਨੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ? ਲਾਹੌਰ ਨੂੰ, ਪੂਨੇ ਨੂੰ, ਆਗਰਾ ਨੂੰ ਜਾਂ ਰਾਏਗੜ੍ਹ ਨੂੰ? ਤਾਂ ਡੀ ਆਪਸ਼ਨ ਇੱਥੇ ਬਿਲਕੁਲ ਸਹੀ ਹੋ ਜਾਏਗੀ। 1656 ਚ ਇਹ ਆਪਣੀ ਰਾਜਧਾਨੀ ਬਣਾ ਲੈਂਦੇ ਨੇ ਔਰ ਇੱਥੇ ਹੀ ਇਹਨਾਂ ਦਾ ਕੀ ਹੈ, ਰਾਜ ਤਿਲਕ ਵੀ ਹੁੰਦਾ ਹੈ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 8ਵਾਂ ਪ੍ਰਸ਼ਨ ਹੈ। ਸ਼ਿਵਾਜੀ ਨੂੰ ਰਾਜਾ ਦੀ ਉਪਾਧੀ ਜਿਹੜੀ ਆ ਕਿਸ ਨੇ ਦਿੱਤੀ ਸੀ? ਦੱਸੋ ਜੀ ਰਾਜਾ ਦੀ ਉਪਾਧੀ ਜਿਹੜੀ ਆ ਕਿੰਨੇ ਦਿੱਤੀ ਸੀਗੀ? ਹਿਮਾਯੂ ਨੇ, ਅਕਬਰ ਨੇ, ਔਰੰਗਜ਼ੇਬ ਨੇ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਔਰੰਗਜ਼ੇਬ ਨੇ ਇਹਨਾਂ ਨੂੰ ਦਿੱਤੀ ਸੀ। ਔਰੰਗਜ਼ੇਬ ਨੇ ਇਹਨਾਂ ਨੂੰ ਕੈਦ ਵੀ ਕੀਤਾ ਪਰ ਇਹ ਉਹਨਾਂ ਦੀ ਕੈਦ ਦੇ ਵਿੱਚੋਂ ਕੀ ਕਿਲੇ ਵਿੱਚੋਂ ਫਰਾਰ ਹੋ ਗਏ ਸਨ, ਭੱਜ ਗਏ ਸਨ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 9ਵਾਂ ਪ੍ਰਸ਼ਨ ਹੈ। ਬੀਜਾਪੁਰ ਦੇ ਸੁਲਤਾਨ ਨੇ ਸ਼ਿਵਾਜੀ ਨੂੰ ਹਰਵਾਉਣ ਲਈ ਕਿਸ ਨੂੰ ਭੇਜਿਆ ਸੀ? ਦੇਖੋ ਬੀਜਾਪੁਰ ਦਾ ਸੁਲਤਾਨ ਸੀ, ਉਸਨੇ ਇੱਕ ਵਿਅਕਤੀ ਨੂੰ ਭੇਜਿਆ ਜਾ ਕੇ ਕਿਸ ਤੂੰ ਜਾ ਕੇ ਸ਼ਿਵਾਜੀ ਨੂੰ ਹਰਾਇਆ। ਤਾਂ ਉਹ ਵਿਅਕਤੀ ਪੁੱਛਿਆ ਆਪਣੇ ਕੋਲੋਂ, ਤਾਂ ਉਹ ਕੌਣ ਸੀਗਾ? ਤਾਂ ਇਹ ਤੇ ਆਪਣੇ ਕੋਲੇ ਦੌਲਤ ਖਾਨ, ਬੀ ਤੇ ਹੈ ਅਫਜ਼ਲ ਤੌਸੀਫ, ਸੀ ਤੇ ਹੈ ਹੈਦਰ ਸ਼ੇਖ ਤੇ ਡੀ ਤੇ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਯਾਦ ਰੱਖ ਲਿਓ ਇੱਥੇ ਨਾ ਅਫਜ਼ਲ ਖਾਨ ਆਣਾ ਸੀ। ਠੀਕ ਹੈ ਜੀ, ਅਫਜ਼ਲ ਖਾਨ। ਤਾਂ ਸਤੰਬਰ 1659 ਦੇ ਵਿੱਚ ਕੀ ਹੈ, ਇਹਨਾਂ ਨੂੰ ਭੇਜਦੇ ਨੇ। ਠੀਕ ਹੈ ਜੀ, ਬਾਅਦ ਦੇ ਵਿੱਚ ਕੀ ਹੈ, ਇਹਦੀ ਜਿਹੜੀ ਆ ਹੱਤਿਆ ਹੋ ਜਾਂਦੀ ਹੈ ਪਰ ਭੇਜਿਆ ਇਹਨੂੰ ਹੀ ਸੀਗਾ ਬੀਜਾਪੁਰ ਦੇ ਸੁਲਤਾਨ ਨੇ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਅਫਜ਼ਲ ਖਾਨ ਨੂੰ ਕੀ ਕਰਨ ਵਾਸਤੇ ਜਿਹੜਾ ਸੀਗਾ ਸ਼ਿਵਾਜੀ ਦੇ ਪਾਸ ਭੇਜਿਆ ਸੀ? ਤਾਂ ਹਰਾਉਣ ਦੇ ਵਾਸਤੇ ਭੇਜਿਆ, ਇਸ ਤਰ੍ਹਾਂ ਵੀ ਬਣ ਸਕਦਾ, ਜਾਂ ਕਿਸ ਨੇ ਭੇਜਿਆ ਸੀ? ਤਾਂ ਬੀਜਾਪੁਰ ਦੇ ਸੁਲਤਾਨ ਨੇ ਭੇਜਿਆ ਸੀ। ਇਸ ਤਰ੍ਹਾਂ ਤੁਸੀਂ ਯਾਦ ਰੱਖਣਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ। ਸ਼ਿਵਾਜੀ ਨੇ ਅਫਜ਼ਲ ਖਾਨ ਦੀ ਹੱਤਿਆ ਕਦੋਂ ਕੀਤੀ? ਤਾਂ ਦੱਸੋ ਜੀ ਅਫਜ਼ਲ ਖਾਨ ਦੀ ਜਿਹੜੀ ਹੱਤਿਆ ਸੀਗੀ ਉਹ ਕਦੋਂ ਕਰ ਦਿੱਤੀ ਸੀ? ਤਾਂ ਦੇਖੋ ਸਤੰਬਰ ਦੇ ਵਿੱਚ ਤਾਂ ਉਹ ਆਇਆ ਸੀ ਤੇ ਨਵੰਬਰ 'ਚ ਉਹਦੀ ਜਿਹੜੀ ਹੱਤਿਆ ਕਰ ਦਿੱਤੀ ਸੀ 10 ਨਵੰਬਰ 1659 ਈਸਵੀ 'ਚ। ਠੀਕ ਹੈ ਜੀ, 1659 ਦੇ ਵਿੱਚ ਜਿਹੜੀ ਉਹਦੀ
ਮੌਤ ਹੋ ਜਾਂਦੀ ਹੈ। ਤਾਂ ਹੱਤਿਆ ਕਰਦਾ ਕੌਣ ਹੈ? ਤਾਂ ਸ਼ਿਵਾਜੀ ਕਰ ਦਿੰਦੇ ਨੇ। ਅੱਗੇ ਸਟੂਡੈਂਟਸ 1664 ਤੇ 1670 ਈਸਵੀ ਵਿੱਚ ਸ਼ਿਵਾਜੀ ਨੇ ਕਿਹੜੀ ਜਗ੍ਹਾ ਨੂੰ ਨਿਸ਼ਾਨਾ ਬਣਾ ਕੇ ਲੁੱਟਿਆ ਸੀ? ਤਾਂ ਦੱਸੋ ਜੀ, ਇਹ ਦੋ ਜਗ੍ਹਾ ਦਿੱਤੀਆਂ ਆਪਾਂ ਨੂੰ, ਤਾਂ ਕਿਹੜੀ ਜਗ੍ਹਾ ਨੂੰ ਇਹਨਾਂ ਨੇ ਨਿਸ਼ਾਨਾ ਬਣਾ ਕੇ ਜਿਹੜਾ ਲੁੱਟਿਆ ਸੀਗਾ? ਲਾਹੌਰ ਨੂੰ, ਸੂਰਤ ਨੂੰ, ਪੂਨੇ ਨੂੰ ਜਾਂ ਫਿਰ ਆਗਰਾ ਨੂੰ? ਤਾਂ ਆਪਣੇ ਕੋਲੇ ਸਹੀ ਆਪਸ਼ਨ ਹੋ ਜਾਏਗੀ ਬੀ, ਸੂਰਤ ਨੂੰ ਇਹਨਾਂ ਨੇ 1664 ਤੇ 1670 ਦੇ ਵਿੱਚ ਕੀ ਸੀ? ਲੁੱਟਿਆ ਸੀਗਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਪੁਰੰਦਰ ਦੀ ਸੰਧੀ ਸ਼ਿਵਾਜੀ ਅਤੇ ਕਿਸ ਦੇ ਵਿਚਕਾਰ ਹੋਈ? ਤਾਂ ਦੱਸੋ ਜੀ, ਪੁਰੰਦਰ ਦੀ ਸੰਧੀ, ਦੇਖੋ ਪੁਰੰਦਰ ਦੀ ਸੰਧੀ ਹੋਈ ਕਦੋਂ ਸੀ? 1600 ਤੇ 65 ਚ, ਵੀ ਯਾਦ ਰੱਖ ਲਿਓ। ਔਰ ਕਿਸ ਕਿਸ ਦੇ ਵਿਚਕਾਰ ਹੋਈ ਇਹ ਦੱਸੋ? ਅਫਜ਼ਲ ਖਾਨ, ਜੈ ਸਿੰਘ, ਜੈ ਚੰਦ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੱਸੋ ਜੀ ਕਿਹਦੇ ਕਿਹਦੇ ਵਿਚਕਾਰ ਹੋ ਗਈ ਸੀ? ਤਾਂ ਉਹ ਸੀਗਾ ਮਹਾਰਾਜਾ ਜੈ ਸਿੰਘ। ਬੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਇਹਨਾਂ ਦੇ ਵਿਚਕਾਰ ਪੁਰੰਦਰ ਦੀ ਸੰਧੀ ਹੁੰਦੀ ਆ 1600 ਤੇ 65 ਈਸਵੀ ਦੇ ਵਿੱਚ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, 1672 ਈਸਵੀ ਵਿੱਚ ਸ਼ਿਵਾਜੀ ਨੇ ਕਿਹੜਾ ਕਿਲਾ ਬੀਜਾਪੁਰ ਤੋਂ ਖੋਇਆ ਸੀ? ਤਾਂ ਦੇਖੋ ਜੀ, ਬੀਜਾਪੁਰ ਰਿਆਸਤ ਤੋਂ ਕਿਹੜਾ ਕਿਲਾ ਇਹਨਾਂ ਨੇ ਖੋਹ ਲਿਆ ਸੀਗਾ? ਫੋਰਟ ਕਿਲਾ, ਜਾਰਜ ਕਿਲਾ, ਜੈਪੁਰ ਕਿਲਾ ਜਾਂ ਪਨਹਾਲਾ ਕਿਲਾ? ਤਾਂ ਡੀ ਆਪਸ਼ਨ ਇੱਥੇ ਬਿਲਕੁਲ ਸਹੀ ਹੋ ਜਾਏਗੀ। ਪਨਹਾਲਾ ਕਿਲਾ ਸੀਗਾ ਜਿਹੜਾ ਇਹਨਾਂ ਨੇ ਖੋਹ ਲਿਆ ਸੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਸ਼ਿਵਾਜੀ ਦਾ ਰਾਜ ਤਿਲਕ ਜਿਹੜਾ ਕਿਸ ਨੇ ਕੀਤਾ ਸੀ? ਸ਼ਿਵਾਜੀ ਨੇ ਰਾਜ ਤਿਲਕ ਕਿਸ ਤੋਂ ਕਰਵਾਇਆ ਸੀ? ਇਹ ਵੀ ਆ ਸਕਦਾ। ਤਾਂ ਦੇਖੋ ਜੀ ਹੋਇਆ ਕਿੱਥੇ ਸੀ? ਆਪਾਂ ਪਿੱਛੇ ਪੜਿਆ ਰਾਏਗੜ੍ਹ ਚ। ਠੀਕ ਹੈ ਜੀ, ਰਾਏਗੜ੍ਹ ਚ, ਇਹ ਯਾਦ ਰੱਖ ਲਿਓ। ਔਰ ਸ਼ਿਵਾਜੀ ਕੀ ਕਰਦੇ ਨੇ? ਰਾਏਗੜ੍ਹ ਦੇ ਵਿੱਚ ਇੱਕ ਪ੍ਰਸਿੱਧ ਵਿਦਵਾਨ ਨੂੰ ਬੁਲਾਉਂਦੇ ਨੇ, ਪ੍ਰਸਿੱਧ ਵਿਦਵਾਨ ਨੂੰ। ਔਰ ਉਹ ਵਿਦਵਾਨ ਸੀਗਾ ਬਨਾਰਸ ਦਾ, ਜਾਂ ਕਹਿ ਸਕਦੇ ਆ ਕਾਂਚੀ ਦਾ। ਠੀਕ ਹੈ ਜੀ, ਕਾਂਚੀ ਜਾਂ ਬਨਾਰਸ ਕਹਿ ਸਕਦੇ ਆ। ਤਾਂ ਉਸ ਦਾ ਨਾਮ ਪੁੱਛਿਆ ਆਪਾਂ ਨੂੰ। ਆਪਣੇ ਕੋਲੇ ਆਪਸ਼ਨਾਂ ਨੇ ਸ਼੍ਰੀ ਗੰਗਾ ਭੱਟ, ਸੀ ਤੇ ਆਪਣੇ ਕੋਲੇ ਰਾਮ ਪ੍ਰਸਾਦ, ਸੌਰੀ ਬੀ ਤੇ ਸੀਗਾ ਰਾਮ ਪ੍ਰਸਾਦ, ਸੀ ਤੇ ਸੀਗਾ ਦੁਰਯੋਧਨ, ਤੇ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਇਹ ਆਪਸ਼ਨ ਇੱਥੇ ਬਿਲਕੁਲ ਸਹੀ ਹੋ ਜਾਏਗੀ, ਗੰਗਾ ਭੱਟ। ਔਰ ਕਦੋਂ ਕਰਵਾਇਆ ਸੀ? ਇਹ ਵੀ ਪੇਪਰ ਵਿੱਚ ਪ੍ਰਸ਼ਨ ਆ ਸਕਦਾ। ਤਾਂ 5 ਜੂਨ 1674 ਈਸਵੀ ਦੇ ਵਿੱਚ ਹੋਇਆ ਸੀ। ਬਹੁਤ ਹੀ ਵਧੀਆ ਲੱਗ ਰਿਹਾ ਸਟੂਡੈਂਟ। ਸਾਰੇ ਸਟੂਡੈਂਟ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਹਰ ਇੱਕ ਲੋੜਵੰਦ ਬੱਚੇ ਤੱਕ ਇਹ ਵੀਡੀਓ ਜਿਹੜੀਆਂ ਆਪਣੀਆਂ ਪਹੁੰਚ ਸਕਣ। ਔਰ ਸਟੂਡੈਂਟ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਵਾਂ ਕਿ ਮੈਂ ਕਮੈਂਟਸ ਦੇ ਜਵਾਬ ਇਸ ਕਰਕੇ ਨਹੀਂ ਦਿੰਦਾ, ਜੇਕਰ ਮੈਂ ਕਮੈਂਟ ਦੇ ਜਵਾਬ ਦੇਣ ਲੱਗ ਗਿਆ ਤਾਂ ਕੱਲਾ ਕਮੈਂਟ ਪੜ੍ਹ ਕੇ ਆਪਾਂ ਨੂੰ ਰਿਪਲਾਈ ਦੇਣ ਤੇ ਟਾਈਮ ਲੱਗ ਜਾਣਾ, ਜਿਹਦੇ ਨਾਲ ਤੁਹਾਡਾ ਟਾਈਮ ਜਿਹੜਾ ਉਹ ਵੇਸਟ ਹੋਣਾ। ਜੇਕਰ ਕੋਈ ਵੀ ਕਿਸੇ ਨੂੰ ਕੋਈ ਡਾਊਟ ਹੈ ਤਾਂ ਕਮੈਂਟ ਕਰ ਸਕਦਾ, ਔਰ ਉਸ ਦਾ ਡਾਊਟ ਹੈ ਜਿਹੜਾ ਉਹ ਕਲੀਅਰ ਕਰ ਦਿੱਤਾ ਜਾਊਗਾ। ਬਹੁਤ ਹੀ ਵਧੀਆ ਸਟੂਡੈਂਟਸ, ਸ਼ੇਅਰ ਕਰਦੇ ਰਹਿਣਾ ਜੀ ਸਾਰੀ ਵੀਡੀਓ ਨੂੰ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਜੈਪੁਰ ਭਵਨ ਵਿੱਚ ਜਦੋਂ ਸ਼ਿਵਾਜੀ ਨੂੰ ਔਰੰਗਜ਼ੇਬ ਨੇ ਕੈਦ ਕੀਤਾ ਤਾਂ ਕਿਸ ਸਮੇਂ ਸ਼ਿਵਾਜੀ ਉੱਥੋਂ ਭੱਜ ਨਿਕਲੇ ਸੀਗੇ? ਦੇਖੋ ਜੀ, ਇੱਕ ਤਾਂ ਆਪਾਂ ਨੂੰ ਪ੍ਰਸ਼ਨ ਦੇ ਵਿੱਚੋਂ ਹੀ ਕਲੀਅਰ ਹੋਈ ਜਾਂਦੇ ਆ ਪੁਆਇੰਟ ਕਿ ਸ਼ਿਵਾਜੀ ਨੂੰ ਗ੍ਰਿਫਤਾਰ ਕਿਹਨੇ ਕੀਤਾ ਸੀ? ਔਰੰਗਜ਼ੇਬ ਨੇ। ਕਿੱਥੇ ਕੀਤਾ ਸੀਗਾ? ਜੈਪੁਰ ਭਵਨ ਦੇ ਵਿੱਚ। ਸਾਡੇ ਹੁਣ ਪ੍ਰਸ਼ਨ ਤੇ ਆਨਸਰ ਬਣਾਉਣ ਦਾ ਮੇਨ ਮੋਟੀਵੇਟ ਇਹੀ ਹੈ ਕਿ ਤੁਹਾਡੇ ਜਿਹੜੇ 5 ਤੋਂ 6 ਫੈਕਟ ਜਿਹੜੇ ਉਹ ਕਲੀਅਰ ਹੁੰਦੇ ਰਹਿਣ ਇੱਕ ਪ੍ਰਸ਼ਨ ਦੇ ਨਾਲ। ਠੀਕ ਹੈ ਜੀ, ਤਾਂ ਇਸ ਕਰਕੇ ਸਾਡੇ ਪ੍ਰਸ਼ਨ ਥੋੜੇ ਹੁੰਦੇ ਆ, ਪਰ ਉਹਨਾਂ ਦੇ ਵਿੱਚ ਜਿਹੜਾ ਗਿਆਨ ਛੁਪਿਆ ਹੁੰਦਾ ਉਹ ਜਿਹੜਾ ਜ਼ਿਆਦਾ ਹੁੰਦਾ। ਠੀਕ ਹੈ ਜੀ, ਤਾਂ ਦੱਸੋ ਜੀ ਉਹ ਕਦੋਂ ਭੱਜ ਨਿਕਲੇ ਸੀ? ਦੇਖੋ ਗ੍ਰਿਫਤਾਰ ਕਦੋਂ ਕੀਤਾ ਗਿਆ ਸੀ? ਉਹਨਾਂ ਨੂੰ ਕੀਤਾ ਗਿਆ ਸੀਗਾ ਮਈ ਦੇ ਵਿੱਚ, ਮਈ 1666 ਦੇ ਵਿੱਚ। ਤੇ ਉਦੋਂ ਹੀ 1666 ਚ ਉਹ ਭੱਜ ਨਿਕਲਦੇ ਨੇ, ਪਰ ਉਹ ਨਿਕਲੇ ਸੀਗੇ 16 ਅਗਸਤ। ਠੀਕ ਹੈ ਜੀ, 16 ਅਗਸਤ ਨੂੰ ਭੱਜ ਨਿਕਲੇ ਸੀਗੇ। ਠੀਕ ਹੈ ਜੀ, ਲਗਭਗ 3 ਤੋਂ 4 ਮਹੀਨੇ ਆਪਾਂ ਕਹਿ ਸਕਦੇ ਹਾਂ ਕੈਦ ਦੇ ਵਿੱਚ ਰਹੇ ਸੀ। ਅੱਗੇ ਸਟੂਡੈਂਟਸ ਆਪਣੇ ਕੋਲ ਅੱਜ ਦਾ 16ਵਾਂ ਪ੍ਰਸ਼ਨ ਹੈ, ਸ਼ਿਵਾਜੀ ਦੀ ਮੌਤ ਜਿਹੜੀ ਆ ਕਦੋਂ ਹੋਈ ਸੀ? ਤਾਂ ਦੱਸੋ ਜੀ ਸ਼ਿਵਾਜੀ ਦੀ ਮੌਤ ਕਦੋਂ ਹੋਈ ਸੀਗੀ? ਏ ਤੇ ਆਪਣੇ ਕੋਲੇ 1680, ਬੀ ਤੇ ਆ 1681, ਸੀ ਤੇ ਆ 1682, ਡੀ ਤੇ ਆ 1683 ਚ। ਤਾਂ ਦੇਖੋ ਜੀ 3 ਅਪ੍ਰੈਲ 1680 ਨੂੰ ਇਹਨਾਂ ਦੀ ਜਿਹੜੀ ਆ ਮੌਤ ਹੋ ਜਾਣੀ ਆ। ਤਾਂ ਮੌਤ ਦੇ ਸਮੇਂ ਇਹਨਾਂ ਦੀ ਉਮਰ ਕਿੰਨੀ ਸੀਗੀ? 53 ਈਅਰ 올ਡ, ਯਾਨੀ ਕਿ 53 ਸਾਲ ਦੀ।
ਇਹ 53 ਸਾਲ, ਉਹਨਾਂ ਦਾ ਜਨਮ 1627 ਈਸਵੀ ਨੂੰ ਮੰਨ ਕੇ ਚੱਲਦੇ ਆ। ਠੀਕ ਹੈ ਜੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 17ਵਾਂ ਪ੍ਰਸ਼ਨ ਹੈ, ਸ਼ਿਵਾਜੀ ਦੇ ਮੰਤਰੀ ਮੰਡਲ ਨੂੰ ਕੀ ਕਿਹਾ ਜਾਂਦਾ ਸੀ? ਦੱਸੋ ਜੀ, ਜਿਹੜਾ ਮੰਤਰੀਆਂ ਦਾ ਮੰਡਲ ਸੀ ਉਸ ਨੂੰ ਕੀ ਕਿਹਾ ਜਾਂਦਾ ਸੀਗਾ? ਦੀਵਾਨ, ਸ਼ੀਕਾਦਾਰ, ਅਸ਼ਟ ਪ੍ਰਧਾਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਉਹ ਕਿਹਾ ਜਾਂਦਾ ਸੀ ਜੀ, ਸੀ ਆਪਸ਼ਨ ਸਹੀ ਹੋ ਜਾਏਗੀ, ਅਸ਼ਟ ਪ੍ਰਧਾਨ। ਔਰ ਇਹਦੇ ਵਿੱਚ ਹੀ ਆ ਜਾਂਦੇ ਸੀ ਪੇਸ਼ਵਾ, ਸਰੀਏ, ਨੌਬਤ, ਅਮਾਤਿਆ, ਵਾਕਿਆਨਵੀਸ, ਚਿਟਨੀਸ, ਸੁਮੰਤ, ਪੰਡਤ ਰਾਵ ਤੇ ਨਿਆਇਧੀਸ਼। ਇਹ ਸਾਰੇ ਇਹਨਾਂ ਦੇ ਵਿੱਚ ਆ ਜਾਂਦੇ। ਇਹਨਾਂ ਦੇ ਬਾਰੇ ਵੀ ਆਪਾਂ ਅੱਗੇ ਜਾਣਾਂਗੇ। ਅੱਗੇ ਇਹਨਾਂ ਦੇ ਬਾਰੇ ਵਿੱਚ ਵੀ ਪ੍ਰਸ਼ਨ ਹੈਗੇ ਆਪਣੇ ਕੋਲੇ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 18ਵਾਂ ਪ੍ਰਸ਼ਨ ਹੈ, ਸ਼ਿਵਾਜੀ ਦੇ ਦਰਬਾਰ ਵਿੱਚ ਕਿਹੜੀ ਭਾਸ਼ਾ ਦਾ ਉਪਯੋਗ ਕੀਤਾ ਜਾਂਦਾ ਸੀ? ਦੱਸੋ ਜੀ, ਫਾਰਸੀ ਦਾ, ਮਰਾਠੀ ਦਾ, ਉਰਦੂ ਦਾ ਜਾਂ ਹਿੰਦੀ ਦਾ? ਤਾਂ ਦੇਖੋ ਜੀ, ਮਰਾਠੀ ਸੀ ਤੇ ਮਰਾਠੀ ਲੈਂਗੁਏਜ ਜਿਹੜੀ ਆ ਉਹ ਬੋਲਣਗੇ। ਠੀਕ ਹੈ, ਬੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ, ਮਰਾਠੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਸ਼ਿਵਾਜੀ ਦੀ ਸੈਨਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ? 1, 2, 3 ਜਾਂ 4 ਚ? ਤਾਂ ਦੇਖੋ ਜੀ, ਸ਼ਿਵਾਜੀ ਦੀ ਜਿਹੜੀ ਸੈਨਾ ਸੀਗੀ ਉਹਨੂੰ 3 ਭਾਗਾਂ ਚ ਵੰਡਿਆ ਗਿਆ ਸੀ। ਪਹਿਲੇ ਨੰਬਰ ਤੇ ਹੁੰਦੀ ਸੀ ਪਾਗਾ ਸੈਨਾ। ਪਾਗਾ ਸੈਨਾ। ਹੁਣ ਇਹ ਪਾਗਾ ਸੈਨਾ ਤੋਂ ਕੀ ਭਾਵ ਹੈ? ਜਿਹੜੇ ਪੈਦਲ ਚੱਲਦੇ ਸੀ। ਪੱਪੇ ਪੱਪੇ ਤੋਂ ਯਾਦ ਰੱਖ ਲੈਣਾ। ਠੀਕ ਹੈ ਜੀ। ਅੱਗੇ ਹੈਗਾ ਆਪਣੇ ਕੋਲੇ ਸਿਲਦਾਰ। ਸਿਲਦਾਰ ਵੀ ਕਹਿ ਸਕਦੇ ਆ, ਸਿਲਹਦਾਰ ਵੀ ਕਹਿ ਸਕਦੇ ਆ। ਇਹਦੇ ਚ ਕੌਣ ਹੁੰਦਾ ਸੀ? ਇਹਦੇ ਚ ਹੁੰਦੇ ਸੀ ਜੀ ਸਾਰੇ ਘੋੜ ਸਵਾਰ ਹੁੰਦੇ ਸੀ। ਠੀਕ ਹੈ ਜੀ, ਘੋੜ ਸਵਾਰ। ਇੱਕ ਗੱਲ ਯਾਦ ਰੱਖ ਲਓ, ਜਿਹੜੇ ਪਾਗਾ ਸੀ ਨਾ, ਮੈਂ ਬਾਈ ਮਿਸਟੇਕ ਬੋਲ ਗਿਆ, ਜਿਹੜੇ ਪਾਗਾ ਸੀਗੇ ਉਹਦੇ ਚ ਹੁੰਦੇ ਸੀ ਨਿਯਮਤ ਘੋੜ ਸਵਾਰ, ਮਤਲਬ ਕਿ ਉਹਨਾਂ ਦੀ ਗਿਣਤੀ ਜਿਹੜੀ ਨਿਸ਼ਚਿਤ ਹੁੰਦੀ ਸੀ। ਜਾਂ ਫਿਰ ਇਹ ਪੱਕੇ ਜਿਹੜੇ ਆ ਰੱਖੇ ਹੋਏ ਸੀ ਸ਼ਿਵਾਜੀ ਨੇ। ਔਰ ਜੇਕਰ ਗੱਲ ਕਰੀਏ ਸਿਲਹਦਾਰ ਦੀ, ਤਾਂ ਇਹ ਅਸਥਾਈ ਸੀ, ਪੱਕੇ ਨਹੀਂ ਸੀ, ਟੈਂਪਰੇਰੀ ਸੀ। ਠੀਕ ਹੈ ਜੀ। ਔਰ ਪੈਦਲ ਦਾ ਨਾਮ ਪੈਦਲ ਹੀ ਹੈ, ਪੈਦਲ ਸੈਨਾ ਜਿਹੜੀ ਸੀ ਉਹ ਪੈਦਲ ਹੀ ਸੀ। ਓਕੇ ਜੀ, ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਹੈ ਜੀ, ਸ਼ਿਵਾਜੀ ਨੂੰ ਤੋਪਾਂ ਕਿਸ ਨੇ ਪ੍ਰਦਾਨ ਕੀਤੀਆਂ ਸਨ? ਦੱਸੋ ਜੀ, ਤੋਪਾਂ ਜਿਹੜੀਆਂ ਸੀ ਦਿੱਤੀਆਂ ਕਿਹਨਾਂ ਨੇ ਸਨ? ਇਹ ਪੁੱਛਿਆ ਆਪਾਂ ਨੂੰ। ਤਾਂ ਮੁਗਲਾਂ ਨੇ, ਸਿੱਖਾਂ ਨੇ, ਅੰਗਰੇਜ਼ਾਂ ਨੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੇਖੋ ਜੀ, ਸੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਅੰਗਰੇਜ਼ਾਂ ਨੇ ਜਿਹੜੀਆਂ ਸੀ ਉਹਨਾਂ ਨੂੰ ਤੋਪਾਂ ਪ੍ਰਦਾਨ ਕੀਤੀਆਂ ਸੀ। ਅੱਗੇ ਹੈ ਜੀ, ਮਰਾਠਿਆਂ ਦੇ ਅਧੀਨ ਪੈਂਦੇ ਖੇਤਰ ਨੂੰ ਕੀ ਕਿਹਾ ਜਾਂਦਾ ਸੀ? ਦੇਖੋ, ਜਿਨ੍ਹਾਂ ਤੇ ਮਰਾਠਿਆਂ ਦਾ ਜਿਹੜਾ ਨਿਯੰਤਰਣ ਸੀ ਪੂਰਨ ਰੂਪ ਦੇ ਵਿੱਚ, ਤਾਂ ਉਸ ਖੇਤਰ ਨੂੰ ਕੀ ਕਿਹਾ ਜਾਂਦਾ ਸੀ? ਚੌਥ, ਸਵਰਾਜ, ਸਰਦੇਸ਼ਮੁਖੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੇਖੋ ਜੀ, ਸਵਰਾਜ ਕਿਹਾ ਜਾਂਦਾ ਸੀਗਾ ਉਹਨਾਂ ਨੂੰ। ਕੀ ਕਿਹਾ ਜਾਂਦਾ ਸੀ? ਸਵਰਾਜ। ਔਰ ਹੁਣ ਮੈਂ ਗੱਲ ਕਰ ਲਾਂ ਚੌਥ ਦੀ। ਤਾਂ ਚੌਥ ਦੇ ਵਿੱਚ ਕੀ ਹੁੰਦਾ ਸੀ? ਚੌਥਾ ਹਿੱਸਾ ਜੇਕਰ ਮੈਂ ਕਹਾਂ 4% ਨਹੀਂ, 25% ਬਣੇਗਾ ਚੌਥਾ ਹਿੱਸਾ। ਚੌਥਾ ਹਿੱਸਾ ਜਿਹੜਾ ਉਗਰਾਇਆ ਜਾਂਦਾ ਸੀ, ਆਪਾਂ ਕਹਿ ਸਕਦੇ ਹਾਂ ਟੈਕਸ ਦੇ ਰੂਪ ਵਿੱਚ, ਧੱਕਾ ਵੀ ਕਹਿ ਸਕਦੇ ਹਾਂ, ਵੀ ਧੱਕੇ ਦੇ ਨਾਲ ਉਗਰਾ ਲੈਂਦੇ ਸੀਗੇ। ਤਾਂ ਇਹ ਉਗਰਾਇਆ ਜਾਂਦਾ ਸੀ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਠੀਕ ਹੈ, ਹਮਲਾ ਨਾ ਕਰਨ ਦੇ ਲਈ ਉਗਰਾਇਆ ਜਾਂਦਾ ਸੀ। ਮਰਾਠੇ ਯਾਦ ਰੱਖ ਲਓ, ਬਹੁਤ ਹੀ ਸ਼ਕਤੀਸ਼ਾਲੀ ਸੈਨਾ ਸੀ ਮਰਾਠਿਆਂ ਦੀ। ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ ਸ਼ਕਤੀਸ਼ਾਲੀ ਸੈਨਾ ਮਰਾਠਿਆਂ ਦੀ ਸੀਗੀ। ਔਰ ਜਿਹੜਾ ਸਰਦੇਸ਼ਮੁਖੀ ਹੈ ਨਾ, ਇਹਦੇ ਚ ਕਿਸੇ 10% ਲਗਾਨ ਦੇ ਰੂਪ ਵਿੱਚ ਉਗਰਾਉਂਦੇ ਸੀਗੇ ਉਹਨਾਂ ਖੇਤਰਾਂ ਚ, ਜਿਹੜਾ ਖੇਤਰ ਤਾਂ ਸੀਗੇ ਮੁਗਲਾਂ ਦੇ, ਪਰ ਮਰਾਠੇ ਕਹਿੰਦੇ ਸੀ ਇਹ ਸਾਡੇ ਖੇਤਰ ਨੇ। ਠੀਕ ਹੈ, ਮਰਾਠੇ ਕਹਿੰਦੇ ਸੀਗੇ ਇਹ ਸਾਡੇ ਖੇਤਰ ਨੇ। ਉਹਨਾਂ ਖੇਤਰਾਂ ਦੇ ਵਿੱਚੋਂ ਕੀ ਸੀ? ਸਰਦੇਸ਼ਮੁਖੀ ਨਾਮ ਦਾ ਜਿਹੜਾ ਸੀਗਾ, ਆਪਾਂ ਕਹਿ ਸਕਦੇ ਹਾਂ ਟੈਕਸ, ਤੇ ਜਾਂ ਫਿਰ ਇਸ ਦੇ ਅਧੀਨ ਜਿਹੜਾ ਪੈਸਾ ਜਿਹੜਾ ਉਗਰਾਇਆ ਜਾਂਦਾ ਸੀ। ਠੀਕ ਹੈ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਔਰ ਇੱਕ ਗੱਲ ਹੋਰ ਯਾਦ ਰੱਖ ਲਿਓ ਕਿ ਪੇਪਰ ਦੇ ਵਿੱਚ ਇਹਨਾਂ ਤਿੰਨਾਂ ਚੋਂ ਪ੍ਰਸ਼ਨ ਕਿਤੋਂ ਵੀ ਉੱਠ ਕੇ ਆ ਸਕਦਾ, 101% ਸ਼ੋਰਟੀ ਹੈ। ਠੀਕ ਹੈ, ਕਿਉਂਕਿ ਬਹੁਤ ਸਾਰੇ ਪੇਪਰਾਂ ਦੇ ਵਿੱਚ ਇਸ ਨੂੰ ਪੁੱਛਿਆ ਗਿਆ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, ਰਾਜ ਦੇ ਪ੍ਰਸ਼ਾਸਨ ਅਤੇ ਅਰਥ ਵਿਵਸਥਾ ਦੀ ਦੇਖ ਰੇਖ ਕਰਨ ਵਾਲੇ ਅਧਿਕਾਰੀ ਨੂੰ ਕੀ ਕਿਹਾ ਜਾਂਦਾ? ਦੇਖੋ ਜੀ, ਕੀ ਕਿਹਾ ਜਾਂਦਾ? ਪੇਸ਼ਵਾ, ਸਰੀਏ, ਨੌਬਤ, ਅਮਾਤਿਆ ਜਾਂ ਵਾਕਿਆਨਵੀਸ? ਦੇਖੋ, ਜਿਹੜਾ ਰਾਜ ਦਾ ਪ੍ਰਸ਼ਾਸਨ ਚਲਾਉਂਦਾ ਹੈ ਜਾਂ ਫਿਰ ਅਰਥ ਵਿਵਸਥਾ ਦੀ ਦੇਖ ਰੇਖ ਕਰਦਾ, ਤਾਂ ਉਸ ਨੂੰ ਕਿਹਾ ਜਾਂਦਾ ਸੀਗਾ ਪੇਸ਼ਵਾ। ਠੀਕ ਹੈ ਜੀ। ਔਰ ਜਿਹੜਾ ਸੈਨਾ ਦਾ ਪ੍ਰਧਾਨ ਹੁੰਦਾ ਸੀ ਜਾਂ ਸੈਨਾਪਤੀ ਹੁੰਦਾ ਸੀ, ਤਾਂ ਉਹ ਕਿਹਨੂੰ ਕਿਹਾ? ਉਹਨੂੰ ਕੀ ਕਿਹਾ ਜਾਂਦਾ ਸੀ? ਸਰੀ ਏ ਨੌਬਤ। ਇਹ ਵੀ ਚੀਜ਼ਾਂ ਤੁਸੀਂ ਯਾਦ ਰੱਖ ਲੈਣਾ। ਇਹ ਸਾਰੇ ਅਸ਼ਟ ਪ੍ਰਧਾਨ ਨੇ ਉਸ ਸਮੇਂ ਦੇ। ਅੱਗੇ ਆ ਗਿਆ ਆਪਣੇ ਕੋਲੇ ਅਮਾਤਿਆ। ਠੀਕ ਹੈ, ਜਿੰਦੇ ਕੋਲੇ ਕੀ ਹੈ? ਇਨਕਮ ਦਾ ਲੇਖਾ ਜੋਖਾ ਹੁੰਦਾ ਸੀ। ਠੀਕ ਹੈ, ਜੋ ਪੈਸਾ ਜਿਹੜਾ ਆਉਣਾ ਇਨਕਮ ਦਾ, ਤਾਂ ਉਹ ਸਾਰਾ ਲੇਖਾ ਜੋਖਾ ਜਿਹੜਾ ਅਮਾਤਿਆ ਰੱਖਦਾ ਸੀ। ਇਹਨੂੰ ਆਪਾਂ ਰਾਜਸੀ ਮੰਤਰੀ ਵੀ ਕਹਿ ਸਕਦੇ ਹਾਂ।
ਠੀਕ ਹੈ ਜੀ, ਰਾਜ ਸੀ, ਮੰਤਰੀ ਵੀ ਸੀ। ਅੱਗੇ ਆਪਣੇ ਕੋਲੇ ਡੀ ਤੇ ਜਿਹੜੀ ਆਪਸ਼ਨ ਪਈ ਹੈ ਵਾਕਿਆਨਵੀਸ, ਇਹਦੇ ਬਾਰੇ ਵੀ ਕਲੀਅਰ ਕਰ ਦਿੰਨੇ ਆ। ਵਾਕਿਆਨਵੀਸ ਤਾਂ ਦੇਖੋ ਜੀ ਇਹ ਬੰਦਾ ਕੌਣ ਸੀਗਾ, ਤਾਂ ਇਹ ਸੀਗਾ ਪ੍ਰਧਾਨ ਸੀ ਸੂਚਨਾ ਤੇ ਗੁਪਤ ਸੂਚਨਾ ਦੇਣ ਵਾਲਿਆਂ ਦਾ। ਸੂਚਨਾ ਜਾਂ ਗੁਪਤਚਰ ਕਹਿ ਸਕਦੇ ਆ, ਉਹਨਾਂ ਦੀ ਜਿਹੜੀ ਸੂਚਨਾ ਦਿੰਦਾ ਸੀਗਾ ਉਹਨਾਂ ਸਾਰਿਆਂ ਦੇ ਉੱਪਰ ਕੀ ਸੀ, ਹੈੱਡ ਸੀ, ਅਧਿਅਕਸ਼ ਸੀ ਉਹਨਾਂ ਦਾ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਜੀ ਰਾਜ ਪੱਤਰ ਨੂੰ ਪੜ੍ਹਨ ਵਾਲੇ ਅਤੇ ਉਸ ਦੀ ਭਾਸ਼ਾ ਨੂੰ ਸਮਝਣ ਵਾਲੇ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ? ਜਿਹੜੇ ਰਾਜ ਪੱਤਰ ਪੜ੍ਹਦੇ ਸੀਗੇ, ਯਾਨੀ ਕਿ ਜਿਹੜਾ ਸਮਰਾਟ ਜਿਹੜਾ ਲਾਂਚ ਕਰਦੇ ਸੀ ਤਾਂ ਉਸ ਨੂੰ ਕੀ ਕਿਹਾ ਜਾਂਦਾ ਸੀ? ਚਿਟਨਿਸ, ਸੁਮੰਤ, ਪੰਡਿਤ ਰਾਵ ਜਾਂ ਫਿਰ ਨਿਆਤੀਸ਼। ਦੇਖੋ ਜੀ ਇਹ ਲੈਂਗੁਏਜ ਜਿਹੜੀ ਹੈ ਸਾਰੀ ਮਰਾਠਿਆਂ ਦੀ ਲੈਂਗੁਏਜ ਹੀ ਉਹਨਾਂ ਦੇ ਅਸ਼ਟ ਪ੍ਰਧਾਨ ਸੀ, ਤਾਂ ਇਹ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਇਸ ਨੂੰ ਕੀ ਕਿਹਾ ਜਾਂਦਾ ਸੀ? ਚਿਟਨਿਸ ਕਿਹਾ ਜਾਂਦਾ ਸੀਗਾ। ਔਰ ਯਾਦ ਰੱਖ ਲਿਓ ਸੁਮੰਤ ਕਿਹਨੂੰ ਕਿਹਾ ਜਾਂਦਾ ਸੀ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਸੁਮੰਤ ਕਿਹਾ ਜਾਂਦਾ ਸੀਗਾ ਜੀ ਵਿਦੇਸ਼ ਮੰਤਰੀ ਨੂੰ। ਓਕੇ ਜੀ। ਔਰ ਹੁਣ ਆਪਾਂ ਗੱਲ ਕਰੀਏ ਪੰਡਿਤ ਰਾਵ। ਪੰਡਿਤ ਸ਼ਬਦ ਤੋਂ ਹੀ ਕਲੀਅਰ ਹੁੰਦਾ ਪਿਆ ਨਾ, ਧਾਰਮਿਕ ਕੰਮਾਂ ਵਾਸਤੇ ਹੋਊਗਾ। ਤਾਂ ਇਹ ਕੀ ਕਰਦਾ ਸੀ? ਤਰੀਕ ਹੈ ਜਿਹੜੀ ਉਹ ਨਿਰਧਾਰਿਤ ਕਰਦਾ ਸੀ ਕਿ ਇਸ ਦਿਨ ਜਿਹੜਾ ਤਾਰੀਖ ਤੇ ਇਸ ਦਿਨ ਜਾਂ ਇਸ ਤਰੀਕ ਦੇ ਉੱਪਰ ਕੋਈ ਵੀ ਤਿਉਹਾਰ ਜਾਂ ਧਾਰਮਿਕ ਕੰਮ ਜਿਹੜਾ ਉਹ ਕੀਤਾ ਜਾਵੇਗਾ। ਓਕੇ ਜੀ। ਅੱਗੇ ਹੈ ਜੀ ਨਿਆਤੀਸ਼। ਤਾਂ ਨਿਆਤੀਸ਼ ਦਾ ਤੁਹਾਨੂੰ ਪਤਾ ਹੀ ਹੈ, ਨਿਆਂ ਸ਼ਬਦ ਤੋਂ ਹੀ ਕਲੀਅਰ ਹੁੰਦਾ, ਜਿਹਨੇ ਕੀ ਕਰਨਾ? ਨਿਆਂ ਦੇਣਾ। ਠੀਕ ਹੈ, ਨਿਆਂ ਵਿਭਾਗ ਦਾ ਮੁਖੀ ਜਾਂ ਫਿਰ ਕਹਿ ਸਕਦੇ ਆ ਪ੍ਰਧਾਨ ਸੀਗੇ। ਓਕੇ ਜੀ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਚਲੋ ਜੀ, ਸੋ ਸਟੂਡੈਂਟਸ ਇਹ ਸੀਗਾ ਸਾਡਾ ਅੱਜ ਦਾ ਲਾਸਟ ਪ੍ਰਸ਼ਨ। ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਕਿ ਹਰ ਇੱਕ ਲੋੜਵੰਦ ਬੱਚੇ ਦੇ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ। ਆਪਣੇ WhatsApp ਗਰੁੱਪਾਂ ਦੇ ਵਿੱਚ, ਆਪਣੇ ਜੋ ਚੈਨਲ ਬਣੇ ਹੋਏ ਨੇ YouTube ਤੇ, ਔਰ ਜਾਂ ਫਿਰ ਆਪਾਂ ਗੱਲ ਕਰ ਲਈਏ ਆਪਣੇ Telegram ਚੈਨਲਸ ਦੇ ਉੱਪਰ, ਤਾਂ ਵੱਧ ਤੋਂ ਵੱਧ ਵੀਡੀਓ ਦੇ ਲਿੰਕ ਨੂੰ ਕਾਪੀ ਕਰ ਲੈਣਾ, ਉੱਥੇ ਪੇਸਟ ਕਰੀ ਜਾਣਾ, ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਵੀਡੀਓ ਦਾ, ਇਸ ਸੀਰੀਜ਼ ਦਾ ਜਿਹੜਾ ਲਾਹਾ ਮਿਲ ਸਕੇ। ਸੋ ਸਟੂਡੈਂਟਸ, ਕੁੱਬਾ ਲਰਨੋਲੋਜੀ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।